करता पुरख निर्भव निर्वैर अकाल मूर्त अजूनी सैभं गुर प्रसाद। तू सुल्तान कहाँ हो मियाँ, तेरी कवन वडाई। जो तू दे सो कहाँ स्वामी, मैं मूर्ख कहन ना जाई। तेरे गुण गावा दे बुझाई, जैसे सच मैं रहूं रजाई। तेरे गुण गावा दे बुझाई, जैसे सच मैं रहूं रजाई। वाहिगुरु जी। गौड़ी महला पंजवा। ओहो अविनाशी राया, निर्भव संग तुम्हारा बसते। यह डरन कहाँ ते आया। ओ अविनाशी राया, निर्भव संग तुम्हारा बसते। ये डरन कहाँ ते आया। रहाओ एक महल तू है अफारो, एक महल निमानो। एक महल तू आपे आपे, एक महल गरीबानो। एक महल तू पंडित बकता, एक महल खाल होता। एक महल तू सब किछ ग्राहज, एक महल कछु न लेता। काठ की पुतरी कहा करे बपुरी, खिलावन हारो जानै। जैसा भीख करावै बाजीगर, ओ तैसो ही साज आनै। अनक कोठरी बहुत भांत करियां, आप होआ रखवारा। जैसे महल राखै तैसे रहना, क्या ये करे विचारा। जिन किछु किया सोई जानै, जिन ये सब विद साजी। कहो नानक अपरंपर स्वामी, कीमत अपने काजी। जिन किछ किया सोई ही जानै, जिन ये सब विद साजी। कहो नानक अपरंपर स्वामी, कीमत अपने काजी। वाहिगुरु जी का खालसा, वाहिगुरु की फतेह। ओ अविनाशी राया, ओ अविनाशी राया, ओ अविनाशी राया, ओ अविनाशी राया। ओ अविनाशी राया, ओ अविनाशी राया, ओ अविनाशी राया, ओ अविनाशी। निर्भव संग तुम्हारा बसते, ये डरन कहाँ ते आया। वाह वाह। धन श्री गुरु ग्रंथ ਸਾਹਿਬ महाराज जी पावन गुरु आण जुड़ बैठे सत्संगी जनों, सभना जी आया।
ਅੱਜ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਆਪ ਸਾਰੇ ਇਕੱਤਰ ਹੋਏ ਹੋ। ਮਾਨਯੋਗ ਭਾਈ ਸਾਹਿਬ ਜੀ ਦੇ ਪਾਸੋਂ, ਰੰਗੀਲਾ ਜੀ ਦੇ ਪਾਸੋਂ ਪਿਆਰ ਨਾਲ ਸ਼ਬਦ ਕੀਰਤਨ ਸਰਵਣ ਕੀਤਾ ਆਪਾਂ ਨੇ। ਬਹੁਤ ਰੰਗ ਦੇ ਵਿੱਚ ਆ ਕੇ, ਜਿਵੇਂ ਕਿ ਉਹਨਾਂ ਦਾ ਸੁਭਾਅ ਹੈ, ਸਟਾਈਲ ਹੈ, ਸੋਹਣਾ ਕੀਰਤਨ ਸਾਨੂੰ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਜੀ ਸੁਖਜਿੰਦਰ ਸਿੰਘ ਹੋਰਾਂ ਵੱਲੋਂ, ਗਿਰ ਜੀ ਵੱਲੋਂ, ਸਾਰੇ ਪਰਿਵਾਰ ਵੱਲੋਂ, ਬੱਚੇ ਜ਼ੋਰਾਵਰ ਸਿੰਘ ਦੇ 5ਵੇਂ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪ੍ਰਸ਼ਾਦ ਪਾਣੀ ਦਾ, ਲੰਗਰ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਔਰ ਸੇਵਾਵਾਂ ਕੀਤੀਆਂ ਜਾ ਰਹੀਆਂ। ਔਰ ਆਪਾਂ ਨੇ ਇਹ ਪਿਆਰ ਦੇ ਨਾਲ ਸ਼ਬਦ ਵੀ ਸਰਵਣ ਕੀਤਾ ਜੋ ਲੜੀਵਾਰ ਵਿਚਾਰ ਕਰਦੇ ਹੋਇਆ ਸਾਡੇ ਸਾਹਮਣੇ ਹੈ, ਜਿਸ ਦਾ ਪਾਠ ਆਪਾਂ ਨੇ ਹੁਣ ਸਰਵਣ ਕੀਤਾ। ਪੰਜ ਪਦਾਂ ਤੇ ਆਧਾਰਿਤ ਇਹ ਪਾਵਨ ਸ਼ਬਦ ਹੈ, ਗੌੜੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 206 ਤੇ ਸੁਭਾਇਮਾਨ ਹੈ। ਰਹਾਉ ਦੀਆਂ ਪੰਕਤੀਆਂ ਆਰੰਭ ਵਿੱਚ ਨੇ। ਸਤਿਗੁਰਾਂ ਨੇ ਨਾ ਅੱਜ ਇੱਕ ਵਿਸ਼ੇਸ਼ ਪੁਆਇੰਟ ਤੇ ਸਾਡਾ ਧਿਆਨ ਲਿਆਂਦਾ ਹੈ। ਮੁੱਦਤਾਂ ਪਹਿਲਾਂ, ਸਦੀਆਂ ਪਹਿਲਾਂ ਜਾਂ ਕਿਤਨਾ ਸਮਾਂ ਪਹਿਲਾਂ ਇਵੇਂ ਹੀ ਚੱਲਦਾ ਹੈ। ਮਨੁੱਖੀ ਸੁਭਾਵਾਂ ਵਿੱਚ ਫਰਕ ਨਹੀਂ ਆਉਂਦਾ ਹੁੰਦਾ। 5 ਤੱਤਾਂ ਦੇ ਜੀਵ ਸਾਰੇ ਬਣੇ ਤੇ ਉਵੇਂ ਹੀ ਅਸੀਂ ਚੜ੍ਹਦੇ ਰਹਿੰਦੇ ਹਾਂ। ਅੱਜ ਵੀ ਇਵੇਂ ਹੀ ਹੈ। ਇਹ ਨੁਕਤਾ ਕੀ ਹੈ? ਨੁਕਤਾ ਹੈ ਭੈ ਦਾ। ਭੈ ਦੇ ਬਾਬਤ, ਭਉ, ਭੈ, ਫੀਅਰ, ਡਰ। ਜਗਪਾਲ ਸਿੰਘ ਦੀ ਥੋੜ੍ਹੀ ਜਿਹੀ ਆਵਾਜ਼ ਉੱਚੀ ਕਰੋ ਪਲੀਜ਼, ਮਾੜਾ ਤੇ ਮੈਂ ਇਸ਼ਾਰਾ ਕੀਤਾ ਸੀ ਤੁਹਾਨੂੰ। ਡਰ ਸਾਡੇ ਨਾਲ ਆਲੇ ਦੁਆਲੇ ਹਮੇਸ਼ਾ ਪਸਰਿਆ ਹੀ ਰਹਿੰਦਾ ਹੈ। ਹਮੇਸ਼ਾ ਡਰ ਦੇ ਰੂਪ ਤੇ ਰੂਪ ਵੱਖਰੇ ਵੱਖਰੇ ਨੇ। ਕਿਸੇ ਨੂੰ ਕਿਸੇ ਦਾ ਡਰ ਤੇ ਕਿਸੇ ਨੂੰ ਕਿਸੇ ਦਾ ਡਰ, ਕਿਸੇ ਨੂੰ ਕੁਝ ਤੇ ਕਿਸੇ ਨੂੰ ਕੁਝ। ਸਤਿਗੁਰੂ ਮਹਾਰਾਜ ਨੂੰ ਸਾਨੂੰ ਨਿਰਭੈ ਕਰਨਾ ਚਾਹੁੰਦੇ ਨੇ। ਜਿਹੜਾ ਬੰਦਾ ਅੰਡਰ ਫੀਅਰ ਹੋਵੇ ਨਾ, ਡਰ ਦੇ ਤਹਿਤ ਚੱਲ ਰਿਹਾ ਹੋਵੇ, ਭੈ ਵਿੱਚ ਰਹਿ ਰਿਹਾ ਹੋਵੇ, ਉਸ ਦੀ ਸ਼ਖਸੀਅਤ, ਉਸ ਦੀ ਪਰਸਨੈਲਿਟੀ ਵਿਕਾਸ ਨਹੀਂ ਕਰ ਸਕਦੀ। ਜੇ ਅਸੀਂ ਕਹੀਏ ਫਿਰ ਚੜ੍ਹਦੀ ਕਲਾ ਤੇ ਨਾਲੇ ਡਰ ਵਿੱਚ ਹੋਵੇ ਨਾਲੇ ਚੜ੍ਹਦੀ ਕਲਾ, ਤੇ ਦੋ ਗੱਲਾਂ ਕਿੱਥੇ ਇਕੱਠੀਆਂ ਹੋਣਗੀਆਂ? ਹਜ਼ੂਰ ਨੇ ਨਾ, ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਇੱਕ ਓੰਕਾਰ ਪਹਿਲਾਂ ਅੰਕਿਤ ਕੀਤਾ ਤੇ ਫਿਰ ਇੱਕ ਓੰਕਾਰ, ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ। ਨਾਲ ਉਸਨੇ ਕੁਝ ਗੁਣਾਂ ਦਾ ਜ਼ਿਕਰ ਕੀਤਾ ਹੈ, ਤਾਂ ਬੇਅੰਤ ਗੁਣਾਂ ਦਾ ਮਾਲਕ, ਪਰ ਕੁਝ ਗੁਣ ਮੈਨੂੰ ਐਂ ਜਾਪਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਚਾਹੁੰਦੇ ਨੇ ਕਿ ਇਹ ਨਾ ਬਹੁਤ ਇਸੈਂਸ਼ੀਅਲ ਨੇ, ਬਹੁਤ ਜ਼ਰੂਰੀ ਨੇ। ਕਿਉਂ ਜ਼ਰੂਰੀ ਨੇ? ਜ਼ਿਕਰ ਕਰਨਾ। ਜ਼ਿਕਰ ਕਰਨਾ ਕਿਉਂ ਜ਼ਰੂਰੀ ਹੈ ਇਹਨਾਂ ਦਾ? ਇਸ ਲਈ ਜ਼ਰੂਰੀ ਹੈ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਤੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ। ਇਸ ਲਈ ਜ਼ਰੂਰੀ ਹੈ। ਜੇ ਮੈਂ ਫਿਰ ਪਹਿਲੇ ਵਾਲਾ ਬਚਨ ਇੱਕ ਦੁਹਰਾ ਦਿਆਂ, ਕਿ ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ। ਇਸ ਤੋਂ ਅੱਗੇ ਇੱਕ ਹੋਰ ਬਚਨ ਹੈ, ਉਹ ਸਰਬ ਗੁਣਾਂ ਦਾ ਮਾਲਕ ਹੈ, ਜਿਸ ਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ। ਔਰ ਐਸਾ ਮਤ ਸੋਚਣਾ ਕਿ ਸਤਿਗੁਰੂ ਮਹਾਰਾਜ ਨੇ ਜੇ ਮੂਲ ਮੰਤਰ ਦੇ ਵਿੱਚ ਇੰਨੇ ਕੁ ਗੁਣ ਲਿਖੇ ਨੇ ਤੇ ਇਸ ਦਾ ਮਤਲਬ
ਇਹ ਅਸੀਂ ਲੈ ਕੇ ਚੱਲੀਏ ਵੀ ਕਰਤਾਰ ਵਿੱਚ ਕੇਵਲ ਇੰਨੇ ਕੁ ਗੁਣ ਨੇ, ਇਸ ਸਾਡੀ ਭੁੱਲ ਹੋਵੇਗੀ। ਵਾਹਿਗੁਰੂ ਜੀ ਸਰਬ ਗੁਣਾ ਸਰਬ ਕਲਾ ਭਰਪੂਰ ਹੀ ਰਹੇ। ਕਲਾ ਨਾਮ ਹੈ ਸ਼ਕਤੀ ਦਾ, ਸਾਰੀਆਂ ਕਲਾਵਾਂ ਦਾ ਮਾਲਕ ਹੈ ਉਹ, ਸਾਰੇ ਗੁਣ ਨੇ ਉਸ ਦੇ ਵਿੱਚ। ਫਿਰ ਇਹ ਕੁਝ ਗੁਣ ਹਾਂ ਹੁਣ ਬਿਹਤਰ ਹੈ। ਇਹਨਾਂ ਗੁਣਾਂ ਦਾ ਜ਼ਿਕਰ ਕਿਉਂ ਕੀਤਾ ਗੁਰੂ ਪਾਤਸ਼ਾਹ ਜੀ ਨੇ? ਤੇ ਮੈਂ ਇਹ ਲੱਭਦਾ ਹਾਂ, ਮੇਰੇ ਅਨੁਭਵ ਵਿੱਚ ਗੱਲ ਆਉਂਦੀ ਹੈ, ਸਤਿਗੁਰੂ ਇਹ ਚਾਹੁੰਦੇ ਨੇ ਕਿ ਘੱਟੋ ਘੱਟ ਨਾ ਮਨੁੱਖਾਂ ਦੇ ਅੰਦਰ, ਮੇਰੇ ਨਾਲ ਪਿਆਰ ਕਰਨ ਵਾਲਿਆਂ ਸਿੱਖਾਂ ਦੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ। ਇਹਨਾਂ ਗੁਣਾਂ ਦਾ ਵਿਸ਼ੇਸ਼ ਧਿਆਨ ਰੱਖੇ। ਸਤਨਾਮ, ਹੁਣ ਆਪਾਂ ਸੰਖੇਪ ਦੇ ਅਰਥ ਕਰ ਲਈਏ। ਉਸ ਦਾ ਨਾਮਨਾ ਸਤ ਹੈ, ਸਤਿ ਹੈ। ਨਾਮਨਾ ਹੈ ਵਡਿਆਈ। ਸਿੱਖ ਦਾ ਨਾਮਨਾ ਵੀ ਸੱਤਿਆ ਹੋਣਾ ਚਾਹੀਦਾ ਹੈ। ਕਰਤਾ ਪੁਰਖ ਕਰਕੇ ਤੇ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ। ਸਾਰਿਆਂ ਵਿੱਚ ਵਿਰਾਜਮਾਨ ਹੋ ਸਕਣਾ ਇਹ ਮਨੁੱਖ ਦੀ ਹੈਸੀਅਤ ਤੋਂ ਬਾਅਦ ਦੀ ਬਾਤ ਹੈ, ਬਾਹਰ ਦੀ ਬਾਤ ਹੈ। ਪਰ ਕਰਤਾ ਤਾਂ ਹੋ ਸਕਦਾ ਹੈ ਨਾ, ਉਹ ਕਰੇ। ਸਾਡੇ ਵਿਦਵਾਨ ਕਿਰਤ ਦੀ ਗੱਲ ਕਰਦੇ ਨੇ, ਕਰਤਾਰ ਕਿਰਤੀ ਹੈ ਖੁਦ। ਔਰ ਹਜ਼ੂਰ ਚਾਹੁੰਦੇ ਨੇ ਮੇਰਾ ਸਿੱਖ ਕਿਰਤੀ ਹੋਵੇ, ਕਰੇ, ਬਣਾਵੇ, ਕ੍ਰੀਏਸ਼ਨ ਹੋਵੇ ਇਸ ਦੀ। ਫਿਰ ਅਗਲਾ ਬਚਨ ਕੀ ਕੀਤਾ? ਨਿਰਭਉ। ਕਰਤਾਰ ਭੈ ਤੋਂ ਰਹਿਤ ਹੈ, ਮੇਰਾ ਸਿੱਖ ਭੈ ਤੋਂ ਰਹਿਤ ਹੋਏ। ਨਿਰਵੈਰ, ਵੈਰ ਤੋਂ ਰਹਿਤ ਹੈ। ਕੌਣ? ਪਰਮੇਸ਼ਰ, ਕਰਤਾਰ ਵਾਹਿਗੁਰੂ। ਪਰ ਹਜ਼ੂਰ ਚਾਹੁੰਦੇ ਨੇ ਮੇਰਾ ਸਿੱਖ ਵੀ ਨਾ ਵੈਰ ਤੋਂ ਰਹਿਤ ਹੋਵੇ। ਉਸ ਦੇ ਅੰਦਰ ਵੀ ਵੈਰ ਵਾਲੀ ਜਿਹੜੀ ਗੱਲ ਹੈ ਨਾ, ਉਹ ਨਹੀਂ ਹੋਣੀ ਚਾਹੀਦੀ। ਅਕਾਲ ਮੂਰਤ, ਮੂਰਤੀ ਨਾਮ ਹੈ ਹਸਤੀ ਦਾ। ਇਹ ਹਸਤੀ ਤਾਂ ਉਹੀ ਹੈ ਜੋ ਅਕਾਲ, ਕਾਲ ਤੋਂ ਰਹਿਤ ਹੈ, ਬਿਯੋਂਡ ਆਫ ਟਾਈਮਸ। ਕਿਸੇ ਟਾਈਮ ਦਾ ਪ੍ਰਭਾਵ ਨਹੀਂ ਹੈ, ਨਾ ਬੁੱਢਾ, ਨਾ ਜਵਾਨ, ਨਾ ਬਾਲਾ, ਕੁਛ ਵੀ ਨਹੀਂ ਹੈ। ਕਰਤਾਰ ਹੀ ਹੈ। ਸਤਿਗੁਰੂ ਵੀ ਚਾਹੁੰਦੇ ਨੇ ਸਰੀਰ ਕਰਕੇ ਤਾਂ ਪੁੱਤਰਾ ਤੋਂ ਐਵੇਂ ਹੋ ਨਹੀਂ ਸਕਣਾ, ਪਰ ਤੇਰੀ ਪਰਸਨੈਲਿਟੀ ਵੀ ਇਸ ਪ੍ਰਕਾਰ ਦੀ ਨਹੀਂ ਹੋ ਸਕਦੀ ਕਿ ਜੇ ਉਹ ਅਕਾਲ ਹੈ ਤਾਂ ਤੂੰ ਵੀ ਅਕਾਲ ਹੋ ਜਾਵੇਂ, ਤੇਰੀ ਪਰਸਨੈਲਿਟੀ ਵੀ ਅਕਾਲ ਹੋ ਜਾਵੇ। ਫਿਰ ਆਖਿਆ ਅਜੂਨੀ, ਜੂਨ ਤੋਂ ਬਾਹਰ। ਅਸੀਂ ਵੀ ਜੂਨਾਂ ਤੋਂ ਬਾਹਰ ਹੋ ਸਕਦੇ ਹਾਂ, ਅਸੀਂ ਵੀ ਹੋ ਸਕਦੇ ਹਾਂ। ਉਸ ਅਵਸਥਾ ਵਿੱਚ ਪਹੁੰਚ ਕੇ ਜਦੋਂ ਅਸੀਂ ਜਗਤ ਵਿੱਚ ਆਉਂਦੇ ਤਾਂ ਹਾਂ, ਪਰ ਜਨਮ ਭੋਗਣ ਨਹੀਂ ਆਉਂਦੇ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਉ ਲੈਣ ਮਿਲਾਏ। ਉਹ ਅਜੂਨੀ ਅਵਸਥਾ ਹੈ। ਸਾਹਿਬ ਹਮ ਸੈਲਫ ਇਲੂਮੀਨੇਟਿਡ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਆਪਣੇ ਆਪ ਤੋਂ ਸ਼ਕਤੀਵਾਨ। ਪਰਮੇਸ਼ਰ ਐਸਾ ਹੈ, ਕਰਤਾਰ ਐਸਾ ਹੈ। ਤੇ ਸਤਿਗੁਰੂ ਵੀ ਚਾਹੁੰਦੇ ਨੇ। ਤੁਹਾਨੂੰ ਯਾਦ ਹੋਵੇਗਾ ਵਿਸਾਖੀ ਦੇ ਦਿਨਾਂ ਤੇ 3 ਸਾਲ ਪਹਿਲਾਂ ਜਦੋਂ ਆਪਾਂ ਜੁੜੇ ਹਾਂ ਤੇ ਇਹ ਖਿਆਲ ਅਖੀਰ ਵਿੱਚ ਕਹਿ ਕੇ ਸਮਾਪਤੀ ਕੀਤੀ ਸੀ। ਭਾਈ ਰਤਨ ਸਿੰਘ ਭੰਗੂ ਹੋਣੀ ਲਿਖਦੇ ਨੇ, ਮਹਾਰਾਜ ਹਜ਼ੂਰ ਗੁਰੂ ਕਲਗੀਧਰ ਸਾਹਿਬ ਨੇ ਚਾਹਿਆ ਕਿ ਖਾਲਸਾ ਹੋਵੇ ਖੁਦ ਖੁਦਾ, ਜਿਉ ਖੂਬੀ ਖੂਬ ਖੁਦਾ ਹੈ। ਆਨ ਨਾ ਮਾਨੈ ਕਿਸੀ ਕੀ, ਇੱਕ ਸੱਚੇ ਬਿਨ ਪਾਤਸ਼ਾਹ ਹੈ। ਖਾਲਸਾ ਵੀ ਖੁਦਾ ਹੋਵੇ। ਵਾਹਿਗੁਰੂ, ਸਿੱਖ ਖੁਦਾ ਹੋ ਸਕਦਾ, ਸਰੀਰ ਕਰਕੇ ਕਤਈ ਨਹੀਂ ਹੋ ਸਕਦਾ, ਕੁਛ ਨਹੀਂ ਹੋ ਸਕਦਾ ਇਹਦੇ ਵਿੱਚ। ਲੇਕਿਨ ਗੁਣਾ ਕਰਕੇ ਨਾ ਖੁਦਾਈ ਗੁਣਾਂ ਦਾ ਮਾਲਕ ਹੋ ਸਕਦਾ ਹੈ। ਗੁਰਪ੍ਰਸਾਦ, ਹਾਂ, ਕਰਤਾਰੀ ਕਿਰਪਾ ਹੋਵੇ। ਜਿਵੇਂ ਅਸੀਂ ਸਾਰੀਆਂ ਗੱਲਾਂ ਦੀ ਹਮੇਸ਼ਾ ਵਿਚਾਰਦੇ ਹਾਂ, ਫਿਰ ਧਿਆਨ ਉੱਥੇ ਕਰੀਏ। ਨਿਰਭਉ, ਮੌਤ ਦਾ ਭੈ ਲੋਕ ਆਖਦੇ ਨੇ, ਡਾਢਾ ਭੈ, ਡਾਢਾ ਭੈ।
बड़े बड़े तकड़े तकड़े यर्क जाते हैं जिस वेले मौत सामने किते ना दिखाई दिंदी है, बड़े बड़े तकड़े यर्क जाते हैं। लेकिन सतगुरां दे नाल प्यार करने वाले भावें शांतमई शहादत होवे ते भावें मैदानी जंग विच केवल जूझना ही होवे, यरकदे ने किते नहीं। क्यों नहीं यरकदे? यरक जाना हुंदा है भय भीत हो जाना, पेड़ छड्ड जाना, मैदान छड्ड जाना, पैर पिछे हटा लैने, यरक जाना। जे शांतमई शहादत है, गुरु साहिबान की तो बात अपनी है ही है ना। गुरु के सिख भी कभी पीछे नहीं हटे। तारू पोपट बाबर दियां लाइया हुई अग्गां बुझा रहा है। बाबर दे जाबर फौजी जिहड़े ने वो अग्गां ला रहे ने, साड़ फूक कर रहे ने, कतलेआम कर रहे ने, ते एक सिख पानी की बाल्टी लैके ते अग्गां बुझा रहा है। कौन कर सकता है? डेमोक्रेटिक राज नहीं सी, एक पुरखी राज सी, ते अजे राज स्थापित नहीं सी। तो राज स्थापित करने वास्ते आया सी, तलवार उहदे हत्थ विच सी, उन्हें म्यानों कढ़ी हुई सी, मार दिओ, झटका दिओ, अग्गां ला दिओ, सब कुछ सड़ फूक कर दिओ। तुसीं तारू वर्गे का लिहाज रखना सी, ध्यान रखना सी उसने। लेकिन तारू की फिर अग्गां बुझाउंदे पए ने। किन्हां दीयां गल्लां असीं करिए? दयाला जी की गल कर लईए, भाई तारू सिंह होरां की गल कर लईए, मती दास जी की गल कर लईए। कितने साडे शहीद ने जिहड़े शांतमई शहादत देंदे चले आए। बेअंत सिंह, सतवंत सिंह मैं पसंद करना शहीदां विच। सुखे नूं, जिंदे नूं मैं पसंद करदा। तुसीं कहोगे ले ये गल है कोई करन वाली, पसंद करदा मैं, शहीद हो चुके ने। तां सुखे जिंदे जिस वेले ये वारदात की, जनरल वैद्या नूं मारिया उन्होंने, तो सन भी क्लीन शेवन सन, बाद विच फिर सूप च आ गए, सब कुछ हो गया। तुसीं कहोगे मैं पसंद करता, तो इसका की अर्थ होया? फिर अंदर गुरु की ना बात सी। बेअंत सिंह होरां ते सतवंत सिंह होरां तो अमृत छक लिया सी ना। हुण जिहड़ा कारज करने वास्ते जा रहे सन, दोवें जने सोचते सन असीं मुड़ आवांगे, तो ये गल संभव ही किवें हो सकती है? सुखा जिंदा जिस वेले हो गया सारा कुछ, तो फांसी के तख्ते ते जा रहे सन, तो उस वेले एक दूजे के मूँह च लड्डू पा रहे सन। मौत का दिन नीयत होवे, घड़ियां पड़ां की गल बाकी रह गई होवे, तो एक दूजे के मूँह में लड्डू पाए जा सकते होंगे? किवें हो सकता है? कौन कर सकता है? मैं कहूँगा फिर गुरु के सिख ही कर सकते हैं। कौन गुरु के सिख कर सकते हैं? जिहड़े निर्भय हो गए, मौत तो निर्भय हो गए ने, बाकी बंदियां दी गल्लां की करनियां ने? हाँ जी, बाकी बंदियां दी गल्लां की करनियां ने? बीबी मीना सिंह ने जफरनामा बोल के रिकॉर्ड करवाया, बच्चों सुनाया जाए, बच्चे सुनन, बच्चे समझन। गुरु कलगीधर साहब जी की यह हथ लिखत है, एक दस्तावेज है, डॉकूमेंट है, जिहड़ा वेले दे बादशाह नूं औरंगजेब नूं भेजिया। करतार किरपा करे इन्हां दी भावना पूरी होवे, जिथे अजे तक जफरनामे की गल नहीं पहुँची, इन्हां दे जरिया पहुँचे। हजूर गुरु कलगीधर पातशाह जिस वे जिक्र करते हैं महाराज, जो हकियार बाशद चे दुश्मन कुनद, अगर दुश्मनी रा बसद तन कुनद, रब यार होवे सही। जो हकियार बाशद, जो वाहिगुरू याद होवे, चे दुश्मन कुनद, दुश्मन की कर सकता है? खसम दुश्मनी
अगर बस सद तन कुनद सैकड़े तन धारण कर लवे, भाव सैकड़े टाइम्स हो गए दुश्मन, ते नाल फिर होर लिख दिता, खसम दुश्मनी गर हज़ारे आवुर्द, न यकमू एरा हज़ारे आवुर्द। इत्थे खसम का अर्थ है दुश्मन। जे 1000 टाइम भी होवे, 1000 टाइम हज़ारां, तुसीं ये कहो ते 1000 दुश्मन होण, तुहाडे हज़ारां दुश्मन होण ना, यकमू है, यकम ना एक वाल भी ऊरा अज़ार अवरुद्ध, उसका वाल नहीं विंगा हो सकता, वाल नहीं विंगा किया जा सकता। हुण गुरु कलगीधर पातशाह जी का जफरनामा पढ़न सुनने वाला कभी भय विच जीवेगा? मैं नहीं समझदा जीवेगा। और जो कुछ हजूर जफरनामे च जाके आखिया, गुरु नानक साहब पहला सानू गुड़ती दे रहे हैं, एक ओंकार सतनाम करता पुरख, अगे की है निरभौ, करतार निरभौ है। हुण गुरु के सिख जिहड़े ने रोजाना अमृत वेले प्रभाते स्नान पान करके ते फिर उस दे नाल करतार नाल जुड़ते हैं, झट वाहिगुरू वाहिगुरू कीता, वाहिगुरू वाहिगुरू कहण तो बाद फिर नितनेम दीयां बाणियां शुरू कीतियां, ते सब तो पहला मूल मंत्र का पाठ करेगा ना। कुछ ऐसे प्रेमी ने जिहड़े मूल मंत्र दोहराउंदे ने बार 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 बार। हुण जिस वेले दोहराया जाएगा, पढ़िया जाएगा विचार दे नाल, प्यार दे नाल, ते साडे माइंड दे विचों, ज़हन विचों करतार दा निरभौ होना किवें निकल सकदा? मानयोग भाई गुरदास जी ने इसलिए आखिया, निरभौ भजन, उस निरभौ करतार दा भजन, भजन करन नाल भरम भय दल भजाए है। एक दो भरमां की गल ही कोई नहीं, किसी भरम का भाव ही नहीं, भरमां दे दल भजाए हैं। जब अंदर आ जाएगा वो परमेश्वर, वो करतार तो निरभौ है। हाँ जी, निरभौ है। मैं इन्हां दे अजोकियां दीयां गल्लां कीतियां, करनियां बनदियां ने, पहले शहीदां दीयां तां गल्लां असीं अक्सर ही करते रहंदे हां। जिहड़ा कहंदा है मादरम दरोग में गोएग, मेरी माँ झूठ बोलती है, मैं इनकार नहीं करता भी ये मेरी माँ है, इस तो इनकार नहीं मैं करता, पर जो कुछ मेरी माँ कह रही है मैं उस तो इनकार करता। ये गलत है कि मैं सिख नहीं हाँ, मैं सिख हाँ, मैं तरों मनो सिख हाँ। माँ क्यों कह रही सी ये सिख नहीं, ये बच जाएगा, मौत तो बच जाएगा, ते पुत्र क्यों कह रहा मैं सिख हाँ, मैं मर जावांगा ना, फिर की होएगा? कहता जितनी छेती हो सकता है तलवार का वार किया जाए तो मैनू मेरे शहीद भरावां तक पहुँचाता जाए। गल किवें बनती है, किन्ना हिरदियां विच बनती है? उन्हां हिरदियां विच जिन्हां हिरदियां विच गुरु का शब्द टिकिया है। वह अविनाशी राया करतार प्रभु पातशाह अविनाशी है, वो नहीं मरता, वो मरने वाला नहीं है। निरभौ संग तुम्हार है बसते, और वो कितने दूर नहीं, तो तेरे नाल है, तेरे अंदर है। जे तू इस गल नूं समझ लवें, जे नशीन कर लवें, अपने अंदर गल नूं बिठा लवें भी निरभौ तो मेरे नाल है, फिर कहते हैं ये डरन कहाँ ते आया। फिर डरन कित्थों आवेगा? डरन तो भाव है डर, डरदा होना, डरन की अवस्था, डरन वाली बिरती। फिर डरन वाली बिरती तेरे नेड़े किवें आवेगी भला? गल संभव ही नहीं हो सकती। दों च एक होवेगा ना, या तो तू निरभौ का भजन नहीं करता, तो जे निरभौ का भजन करता है तो फिर ये डरन कहाँ ते आया? इस डरन के तो नेड़े आने का फिर सवाल ही नहीं पैदा हो सकता। हजूर ने बहुत सुंदर बचन किया और वाहिगुरू जी के रंगों का भी जिक्र किया। भाई साहब जी होनी
ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੀ ਸਾਡੇ ਪਿਆਰ ਵਾਲੇ ਹੈ, ਕੀਰਤਨੀਏ ਨੇ, ਬਹੁਤ ਪਿਆਰ ਵਾਲੇ। ਸ੍ਰੀ ਦਰਬਾਰ ਸਾਹਿਬ ਅਕਸਰ ਹੀ ਹਾਜ਼ਰੀ ਭਰਦੇ ਹੁੰਦੇ ਸਨ ਜਦੋਂ ਉੱਥੇ ਹਜ਼ੂਰੀ ਸੇਵਾ ਨਿਭਾਉਂਦੇ ਸਨ। ਪਿਛਲੇ ਕੁਝ ਸਮੇਂ ਤੋਂ ਲੈ ਕੇ ਇੱਥੋਂ ਦੇ ਵਸਨੀਕ ਹੋ ਰਹੇ ਸਨ ਤੇ ਹੁਣ ਹੋ ਗਏ ਨੇ, ਹੁਣ ਵੀ ਜਾਂਦੇ ਨੇ ਉੱਥੇ ਪਿਆਰ ਦੇ ਨਾਲ ਹਾਜ਼ਰੀਆਂ ਭਰਦੇ ਨੇ। ਔਰ ਚੰਗੀ ਗੱਲ ਹੈ ਕਿ ਮੈਨੂੰ ਵੀ ਅੱਜ ਫਿਰ ਇਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਆਪਾਂ ਸਾਰੇ ਇਹਨਾਂ ਦੀ ਰਸਨਾ ਤੋਂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਨਾ ਹੈ। ਬੜੇ ਸੁੰਦਰ ਢੰਗ ਨਾਲ ਇਹਨਾਂ ਦਾ ਆਪਣਾ ਹੀ ਆਵਾਜ਼ ਹੈ, ਆਪਣਾ ਹੀ ਇੱਕ ਅੰਦਾਜ਼ ਹੈ। ਆਪਾਂ ਪਿਆਰ ਨਾਲ ਸੁਣਦੇ ਹਾਂ। ਫਿਊ ਮਿੰਟਸ ਦੇ ਵਿੱਚ ਆਪਾਂ ਨੂੰ ਸ਼ਬਦ ਦੇ ਅਰਥ ਇਹ ਕਰ ਲਈਏ। ਜਦੋਂ ਸਤਿਗੁਰੂ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਇਹ ਸਾਨੂੰ ਉਪਦੇਸ਼ ਦੇ ਕੇ ਗਏ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਇਹ ਵੀ ਲਿਖਦੇ ਪਏ ਨੇ, ਕਹਿੰਦੇ ਨੇ ਏਕ ਮੈਲ ਤੂੰ ਹੋਹੇ ਅਫਾਰੋ ਏਕ ਮਹਿਲ ਨਿਮਾਣੋ। ਮੈਂ ਕਹਿਣਾ ਚਾਹਾਂਗਾ ਵੀ ਸੁਖਜਿੰਦਰ ਸਿੰਘ ਗਿੱਲ ਉਹਨਾਂ ਦੇ ਬੱਚੇ ਦਾ ਜਨਮ ਦਿਨ ਨਾ ਜ਼ੋਰਾਵਰ ਸਿੰਘ ਦਾ, ਅੱਜ ਉਹਨਾਂ ਨੂੰ ਨਾ ਇਹ ਸ਼ਬਦ ਲਿਖ ਕੇ ਦੇਣਾ ਚਾਹੀਦਾ ਹੈ। ਪੜ੍ਹੇ ਬੱਚਾ, ਸਾਨੂੰ ਵੀ ਸਾਰਿਆਂ ਨੂੰ ਇਹ ਸ਼ਬਦ ਲਿਖ ਕੇ ਚੇਤੇ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਚੇਤੇ ਕਰਵਾਉਣਾ ਚਾਹੀਦਾ ਹੈ। ਸਾਖੀ ਸਾਂਝੀ ਸਗਲ ਜਹਾਨ ਹੈ। ਔਰ ਕੀ ਪਾਤਸ਼ਾਹ ਦੱਸ ਰਹੇ ਨੇ, ਏਕ ਮਹਿਲ ਤੂੰ ਹੋਏ ਅਫਾਰੋ, ਪਰਮੇਸ਼ਰ ਕਰਤਾਰ ਤੂੰ ਕੈਸਾ ਹੈ। ਮਹਿਲ ਨਾਮ ਹੈ ਇੱਥੇ ਸਰੀਰ ਦਾ, ਔਰ ਮੈਂ ਪ੍ਰੋਨੰਸੀਏਸ਼ਨ ਵਾਲੇ ਪਾਸੇ, ਉਚਾਰਨ ਵਾਲੇ ਪਾਸੇ ਧਿਆਨ ਰੱਖ ਰਿਹਾ ਸਾਂ, ਕਰ ਰਿਹਾ ਸਾਂ। ਮਹਿਲ, ਅਸੀਂ ਮਹਿਲ ਬੋਲਦੇ ਹਾਂ। ਜੋ ਬੋਲ ਰਹੇ ਆ ਉਸ ਨੂੰ ਸਪੈਲ ਕਰੋ, ਹਾਂ ਲਿਖੋ, ਉਸ ਨੂੰ ਕਿਵੇਂ ਲਿਖਿਆ ਜਾਏਗਾ। ਮੰਮੇ ਨੂੰ ਦੋ ਲਾਵਾਂ ਹਾਹਾ ਤੇ ਲੱਲਾ, ਮੰਮਾ ਹਾਹੇ ਨੂੰ ਸਿਹਾਰੀ ਤੇ ਲੱਲਾ, ਮੰਮਾ ਹਾਹਾ ਤੇ ਲੱਲਾ, ਕਿਵੇਂ ਲਿਖਿਆ ਜਾਏਗਾ। ਕੁਝ ਹੋ ਸਕਦਾ ਇਸ ਨੂੰ ਮਹੱਲਵੀ ਆਖਣ, ਇਹ ਮਹੱਲਵੀ ਹੋ ਸਕਦਾ ਪਰ ਹੋ ਨਹੀਂ ਸਕੇਗਾ। ਇੱਥੇ ਸਰੂਪ ਜਿਹੜਾ ਲੱਲੇ ਨੂੰ ਸਿਹਾਰੀ ਪਾਈ ਹੋਈ ਹੈ, ਔਰ ਸਾਰੀ ਬਾਣੀ ਦੇ ਵਿੱਚ ਪਿਛਲੇ ਅੱਖਰ ਨੂੰ ਸਿਹਾਰੀ ਪਈ ਹੋਵੇ ਤੇ ਉਸਦੇ ਪਹਿਲੇ ਵਾਲੇ ਨੂੰ ਅਤਕ ਨਹੀਂ ਪੈਂਦਾ ਹੁੰਦਾ, ਕਿਤੇ ਵੀ ਨਹੀਂ ਮਿਲੇਗਾ। ਮਹਲ, ਮੈਂ ਉਚਾਰਨ ਕਰਦਾ ਮਹਲ, ਕਿਉਂ? ਹਾਹੇ ਦੀ ਆਪਣੀ ਸੁਤੰਤਰ ਧੁਨੀ ਹੈ, ਉਸ ਦਾ ਧਿਆਨ ਰੱਖ ਕੇ ਕੀਤਾ ਜਾਵੇ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਨਾਲ ਪਿਆਰ ਕਰਨ ਵਾਲੇ ਇਸ ਨੂੰ ਮਹਿਲ ਆਖਦੇ ਨੇ। ਮਹਿਲ, ਕੁਝ ਕੁ ਨੇ ਉਹਨੂੰ ਹਾਹੇ ਨੂੰ ਸਿਹਾਰੀ ਬਣਾ ਕੇ ਤੇ ਮਹਿਲਾ ਤੋਂ ਮਹਿਲ ਬਣਾ ਲਿਆ, ਬਈ ਉਹ ਇਸਤਰੀ ਰੂਪ ਦੇ ਵਿੱਚ ਗੱਲ ਕਰ ਰਹੇ ਨੇ। ਨਹੀਂ, ਇਸਤਰੀ ਰੂਪ ਦੇ ਵਿੱਚ ਨਹੀਂ ਹੈ ਮਹਿਲ। ਇਸ ਸ਼ਬਦ ਦਾ ਖਾਸ ਤੌਰ ਤੇ ਹਵਾਲਾ ਦਿੰਦੇ ਨੇ, ਮਹਿਲ ਮੈਨੂੰ ਸਰੀਰ। ਸ਼ਲੋਕ ਮਹਲਾ ਦੂਜਾ, ਗੁਰੂ ਨਾਨਕ ਸਾਹਿਬ ਜੀ ਦਾ ਦੂਜਾ ਸਰੂਪ, ਦੂਜਾ ਸਰੀਰ। ਚਲੋ ਇਹ ਵਿਚਾਰਾਂ ਫਿਰ ਆਪਾਂ ਕਰਾਂਗੇ। ਇੱਥੇ ਮਹਿਲ ਤੋਂ ਭਾਵ ਹੈ ਸਰੀਰ। ਪਰਮੇਸ਼ਰ ਇੱਕ ਨਾ ਦੇ ਤੂੰ ਅੰਦਰ ਹੁੰਦਾ ਹੈ, ਹੋਏ ਅਫਾਰੋ, ਬੜੇ ਫੁੰਕਾਰੇ ਮਾਰਦੇ ਨੇ। ਏਕ ਮਹਿਲ ਨਿਮਾਣੋ, ਦੂਜੇ ਸਰੀਰ ਦੇ ਵਿੱਚ ਤੂੰ ਬੜਾ ਨਿਮਾਣਾ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਇੱਕ ਸਰੀਰ ਦੇ ਵਿੱਚ ਤੂੰ ਹੈ, ਕਿਸੇ ਦੀ ਪਰਵਾਹ ਹੀ ਨਹੀਂ ਮੰਨਦਾ। ਇੱਕ ਦੇ ਅੰਦਰ ਤੂੰ ਹੈ ਤੇ ਗਰੀਬੜਾ ਜਿਹਾ ਬਣਿਆ ਹੋਇਆ, ਮੁਹਤਾਜ ਬਣਿਆ ਹੋਇਆ, ਲੋੜਵੰਦ ਬਣਿਆ ਹੋਇਆ। ਏਕ ਮਹਿਲ ਤੂੰ ਪੰਡਿਤ ਬਕਤਾ, ਏਕ ਮਹਿਲ ਖਾਲ ਹੋਤਾ। ਇੱਕ ਸਰੀਰ ਦੇ ਵਿੱਚ ਤੂੰ ਮਹਾਨ ਵਿਦਵਾਨ ਹੈ, ਦੂਜੇ ਸਰੀਰ ਵਿੱਚ ਮੂਰਖ ਹੈ। ਹੁਣ ਸਾਨੂੰ ਇਹ ਗੱਲ ਕਹਿਣੀ ਔਖੀ ਔਖੀ ਲੱਗਦੀ ਨਾ, ਇੱਕ ਸਰੀਰ ਵਿੱਚ ਤੂੰ ਮੂਰਖ ਹੈ, ਹੈਂ ਵਾਹਿਗੁਰੂ ਦੀ ਤੂੰ ਮੂਰਖ ਹੈ। ਅਸੀਂ ਕਹਾਂਗੇ ਵਾਹਿਗੁਰੂ ਕਿਵੇਂ ਮੂਰਖ ਹੋ ਸਕਦਾ ਹੈ? ਮੱਤ ਕਿਹਨੇ ਦਿੱਤੀ ਹੈ? ਸਰੀਰ ਕਿਹਨੇ ਬਣਾਇਆ? ਫਿਰ ਕੀ ਆਖਣਾ? ਜੋ ਆਖਣਾ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਆਖ ਲਓ, ਪਰ ਅਰਥ ਤਾਂ ਇਵੇਂ ਬਣਦੇ ਨੇ। ਅੱਗੇ ਚੱਲ ਕੇ ਨਾ ਸਤਿਗੁਰੂ ਮਹਾਰਾਜ ਫਿਰ ਸਪਸ਼ਟ ਕਰ ਜਾਂਦੇ ਨੇ ਹੋਰ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ। ਇੱਕ ਸਰੀਰ ਵਿੱਚ ਹੋਵੇਂ ਤੇ ਤੂੰ ਚਾਹੁੰਦਾ ਵੀ ਸਾਰਾ ਕੁਝ ਹੀ ਮੇਰੇ ਕੋਲ ਹੋਵੇ, ਅਮੀਰ ਕਾਰੂ ਵਾਂਗੂ।
मरिया के मूँह में रुपये कढ़ कढ़ के इकट्ठे करदा है तू। लेकिन एक महल कछू ना लेता, ते दूजे पासे तेरे अगे कोई रत्ना के थार लिया लिया के रखते हैं, तो तू टच करने लिए तैयार नहीं है, कुछ लैन लिए तैयार नहीं है, तू नहीं लैंदा। तू काठ की पुतरी कहाँ करे बपुरी, खिलावन हारो जाना है। पातशाह कहते ने ध्यान रखियो जे परमेश्वर वाहिगुरू आप ही है ना सारे शरीरों की बनतर बनाता है, करता है ना। हम असीं पहला विचार कर चुके हैं, करता है तो नाल की है पुरख, ते पुरख है जिहड़ा सारिਆਂ ਦੇ ਵਿੱਚ टिकिया होया लेटिया होया। हुण तू नहीं आखांगे तो फिर असीं होर की आखांगे, सारा कुछ तू ही है। पर ये सब कुछ करके भी काठ दीयां पुतरियां, लकड़ दीयां पुतरियां वर्गियां पुतलियां, की कहते हैं पपट कहते होंदे सो तुसीं। पपट लकड़ी दे नहीं होंदे, ਜਦੋਂ ਅਸੀਂ ਵੇਖਦੇ ਹੁੰਦੇ ਸਾਂ ਉਹ ਲੱਕੜੀ ਦੇ ਬਣਾਏ ਹੋਏ ਹੁੰਦੇ ਸਨ, ਧਾਗੇ ਨਾਲ ਬੰਨ੍ਹ ਕੇ ਹਿਲਾਉਂਦੇ ਜਲਾਉਂਦੇ ਹੁੰਦੇ ਸਾਂ। ਬੱਪਰੀ ਮੈਨ ਵਿਚਾਰੀ ਉਹ ਕੀ ਕਰੇ, ਖਿਲਾਵਣਾ ਹਾਰੋ ਜਾਣਾ ਹੈ, ਉਸ ਨੂੰ ਖਿਡਾਉਣ ਵਾਲਾ ਹੀ ਜਾਣਦਾ ਹੈ। ਜੈਸਾ ਭੇਖ ਕਰਾਵੇ ਬਾਜੀਗਰ, ਜਿਵੇਂ ਬਾਜ਼ੀਗਰ ਹੈ ਖਿਲਾਉਣ ਵਾਲਾ, ਬਾਜ਼ੀਆਂ ਖਿਲਾਉਣ ਵਾਲਾ ਖਿਡਾਉਂਦਾ ਹੈ, ਉਹ ਤੈਸੋ ਹੀ ਸਾਜ ਅੰਨ ਹੈ, ਉਵੇਂ ਹੀ ਸਾਜ਼ उवें बनती है, उवें हिलती जुलती है, उवें हरकत करती है। अणक कोठरी बहुत भांत करिया, अनेकां कोठड़ियां कई तरह दियां बनाईयां। किहड़ियां कोठड़ियां? शरीर कोठड़ियां। आप होआ रखवारा, आप उन्हां दा रक्षक। हुण ऐ रखना देखना, जैसे महल रख है तैसे रहना। जिवें शरीर में किसी को रखदा है उवें वो रहिंदा है। क्या यह करे विचारा, बंदा की कर सकता है। जिन किछ किया सोई जानना है, जिसने कीता है वही जानता है। जिने सब विद साजी, जिसने सारी बनत बनाई है। कहो नानक अपरंपर स्वामी, परमेश्वर वाहिगुरू बेअंत परे तो परे, कीमत अपने काजी, ते अपनियां कीरतां दी, अपनियां किरतां दी, अपने कारजां दी, अपने करतबां दी, अपने कौतकां दी वडियाई वो आप ही कर सकता है, बंदे नहीं कर सकते। एक मैल तू होए अफार, एक मैल निमानो, एक मैल तू आपे आपे, एक मैल गरीबानो, एक मैल तू पंडित बख्ता, एक मैल खड़होता, एक मैल तू सब कुछ ग्राच, एक मैल कछू ना लेता। पातशाह कहते होर नहीं कोई। ओ अविनाशी राया, ओ अविनाशी राया, ओ अविनाशी। आखो प्यार नाल सारे, ओ अविनाशी राया, ओ अविनाशी राया, ओ अविनाशी। निर्भव संग तुम्हारा है बसते, यह चेता रखने वाली गल है। परमेश्वर निर्भव जो है तेरे नाल है। दिन ये डरन कहाँ ते आया, ये डरन कहाँ ते आया, ये डरन कहाँ ते। बस अज की जिहड़ी गल है ना, वो इन्नी को संभाल लईए भी असी नहीं जीवन दे विच डरना किसे तो, किसे हालात तो। असी डर विच नहीं आउणा, असी भय विच नहीं आउणा। ते करतार जिहड़ा साडे अंग संग है, जदों पातशाह कहते हैं चतर चक्रवर्ती चतर चक्र पूरते स्वयं भव शुभम सर्वदा सर्वयुक्ते दुकालं प्रणासी दयालं स्वरूपे सदा अंग संगे अपंगम विपुते। ध्यान रखना, निर्भव रहोगे तो चढ़ती कला में रहोगे, भय विच आ जाओगे तो चढ़ती कला अपने आप आलोप हो जाएगी। ये नहीं सेवा प्रवान करे, भुल्लां लिखीमां बख्शियो जे। आओ माणयोग जी के पासों अगले प्रोग्राम के अनुसार कीर्तन श्रवण करिए।
मैं भाई साहब होਰਾਂ ਨੂੰ ਜੀ ਆਇਆਂ ਕਹਿੰਦਾ ਤੇ ਪ੍ਰੋਗਰਾਮ ਦੀ ਤਰਤੀਬ ਸਾਡੇ ਸਕੱਤਰ ਸਾਹਿਬ ਹਰਮਨ ਪਿਆਰ ਮਾਨਯੋਗ ਗੁਲਾਟੀ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰੀਏ। ਜੁੜ ਬੈਠਣ ਦਾ ਧੰਨਵਾਦ, ਇਸ ਪਿਆਰ ਬਖਸ਼ਿਸ਼ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।